7th ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਉਮੀਦ ਹੈ ਤੁਹਾਡੇ ਪੈਸ ਦੇ ਐਗਜ਼ਾਮਸ ਬੜੇ ਅੱਛੇ ਹੋ ਰਹੇ ਹੋਣਗੇ ਅਤੇ ਤੁਸੀਂ ਇਹ ਸਮਾਜਿਕ ਸਿੱਖਿਆ ਦਾ ਪੇਪਰ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਏਗਾ। ਆਓ ਆਪਾਂ ਤੁਹਾਡਾ ਪੇਪਰ ਹੱਲ ਕਰੀਏ। ਫਸਟ ਕੁਐਸਚਨ ਹੈ, ਹਰਪ੍ਰੀਤ ਸਿੰਘ ਪੰਜਾਬ ਦਾ ਵਸਨੀਕ ਹੈ। ਅਪ੍ਰੈਲ ਵਿੱਚ ਕਣਕ ਦੀ ਕਟਾਈ ਕਰਨ ਤੋਂ ਬਾਅਦ ਵਿਹਲਾ ਹੋ ਕੇ ਆਪਣੇ ਦੋਸਤ ਨਾਲ ਮੁੰਬਈ ਘੁੰਮਣ ਗਿਆ। ਉਸਨੇ ਦੇਖਿਆ ਉੱਥੇ ਕੁਝ ਲੋਕ ਕਿਸ਼ਤੀਆਂ ਵਿੱਚ ਬੈਠ ਕੇ ਸਮੁੰਦਰ ਵਿੱਚ ਜਾਲ ਸੁੱਟ ਕੇ ਕੁਝ ਕੱਢ ਰਹੇ ਸਨ। ਦੱਸੋ ਉਹ ਕਿਹੜੀ ਕਿਰਿਆ ਕਰ ਰਹੇ ਸਨ? ਆਪਸ਼ਨਸ ਨੇ ਵਪਾਰ ਕਰਨਾ, ਡੂਇੰਗ ਬਿਜ਼ਨਸ, ਵਪਾਰ ਕਰਨਾ। ਸੈਕਿੰਡ ਆਪਸ਼ਨ ਮੱਛੀਆਂ ਫੜਨਾ, ਫਿਸ਼ਿੰਗ ਜਾਂ ਮਛਲੀ ਪਕੜਨਾ। ਥਰਡ ਹੈ ਸ਼ਿਕਾਰ ਕਰਨਾ, ਹੰਟਿੰਗ। ਐਂਡ ਫੋਰਥ ਆਪਸ਼ਨ ਖੇਤੀਬਾੜੀ ਕਰਨਾ, ਫਾਰਮਿੰਗ ਮਤਲਬ ਖੇਤੀ ਕਰਨਾ। ਤਾਂ ਪਿਆਰੇ ਬੱਚਿਓ, ਸਾਡਾ ਸਹੀ ਉੱਤਰ ਹੈ ਮੱਛੀਆਂ ਫੜਨਾ, ਫਿਸ਼ਿੰਗ ਜਾਂ ਮਛਲੀ ਪਕੜਨਾ। ਕੁਐਸਚਨ ਨੰਬਰ 2, ਜਗਤਾਰ ਸਿੰਘ ਨੇ ਆਪਣੇ ਵਿਦਿਆਰਥੀਆਂ ਨੂੰ ਲੇਖ ਲਿਖਣ ਲਈ ਦਿੱਤਾ। ਉਸਨੇ ਵਿਦਿਆਰਥੀਆਂ ਨੂੰ ਇਹ ਇਸ਼ਾਰਾ ਦਿੱਤਾ ਕਿ ਬੱਚਿਓ, ਤੁਸੀਂ ਉਸ ਸੰਘਰਸ਼ ਬਾਰੇ ਦੱਸੋ ਜੋ ਲਗਭਗ 200 ਸਾਲ ਤੱਕ ਚੱਲਦਾ ਰਿਹਾ। ਇਸ ਸੰਘਰਸ਼ ਦਾ ਕੇਂਦਰ ਆਧੁਨਿਕ ਉੱਤਰ ਪ੍ਰਦੇਸ਼ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਜਗਤਾਰ ਸਿੰਘ ਨੇ ਕਿਸ ਵਿਸ਼ੇ 'ਤੇ ਲੇਖ ਲਿਖਣ ਲਈ ਕਿਹਾ? ਆਪਸ਼ਨਸ ਤਰਾਇਨ ਦਾ ਪਹਿਲਾ ਯੁੱਧ, ਦ ਫਸਟ ਬੈਟਲ ਆਫ ਤਰਾਇਨ, ਤਰਾਇਨ ਕੀ ਪਹਿਲੀ ਲੜਾਈ। ਤਰਾਇਨ ਦਾ ਦੂਜਾ ਯੁੱਧ, ਦ ਸੈਕਿੰਡ ਬੈਟਲ ਆਫ ਤਰਾਇਨ, ਤਰਾਇਨ ਕੀ ਦੂਸਰੀ ਲੜਾਈ। ਕਨੌਜ ਦਾ ਯੁੱਧ, ਵਾਰ ਆਫ ਕਨੌਜ, ਕਨੌਜ ਕੀ ਲੜਾਈ। ਫੋਰਥ ਆਪਸ਼ਨ ਹੈ ਪਾਨੀਪਤ ਦਾ ਦੂਸਰਾ ਯੁੱਧ, ਸੈਕਿੰਡ ਪਾਨੀਪਤ ਵਾਰ, ਪਾਨੀਪਤ ਕੀ ਦੂਸਰੀ ਲੜਾਈ। ਤਾਂ ਡੀਅਰ ਸਟੂਡੈਂਟਸ, ਇਸ ਕੁਐਸਚਨ ਦਾ ਸਾਡਾ ਸਹੀ ਉੱਤਰ ਹੈ ਕਨੌਜ ਦਾ ਯੁੱਧ, ਵਾਰ ਆਫ ਕਨੌਜ ਜਾਂ ਕਨੌਜ ਕੀ ਲੜਾਈ। ਥਰਡ ਕੁਐਸਚਨ, ਕੁਝ ਦੇਸ਼ਾਂ ਵਿੱਚ ਭਾਵੇਂ ਲੋਕਤੰਤਰੀ ਰਾਜ ਹੈ, ਪਰੰਤੂ ਉੱਥੋਂ ਦੇ ਮੁਖੀ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ, ਬਲਕਿ ਉਹਨਾਂ ਦਾ ਅਹੁਦਾ ਜੱਦੀ ਹੁੰਦਾ ਹੈ ਅਤੇ ਉਹਨਾਂ ਨੂੰ ਰਾਜਾ ਜਾਂ ਰਾਣੀ ਕਿਹਾ ਜਾਂਦਾ ਹੈ। ਅਜਿਹੇ ਲੋਕਤੰਤਰੀ ਦੇਸ਼ ਨੂੰ ਰਾਜਤੰਤਰੀ ਲੋਕ ਰਾਜ ਕਿਹਾ ਜਾਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਅਜਿਹਾ ਕਿਹੜਾ ਦੇਸ਼ ਹੈ? ਆਪਸ਼ਨਸ ਹੈ ਅਮਰੀਕਾ, ਇੰਗਲੈਂਡ, ਭਾਰਤ, ਪਾਕਿਸਤਾਨ। ਤਾਂ ਬੱਚਿਓ, ਸਾਡਾ ਸਹੀ ਉੱਤਰ ਹੈ ਇੰਗਲੈਂਡ। ਫੋਰਥ ਕੁਐਸਚਨ, ਗੰਗਾ ਬ੍ਰਹਮਪੁੱਤਰ ਦਰਿਆਵਾਂ ਦੇ ਡੈਲਟਾ ਪ੍ਰਦੇਸ਼ ਜਾਂ ਹੜ੍ਹਾਂ ਦੇ ਮੈਦਾਨਾਂ ਵਿੱਚ ਤੁਲਨਾਤਮਕ ਤੌਰ 'ਤੇ ਨਵੀਂ ਨਿਰਮਿਤ ਜਲੋੜ੍ਹ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ? ਰੇਗੜ, ਖਾਡਰ, ਬਾਂਗਰ। ਇਹਨਾਂ ਵਿੱਚੋਂ ਕੋਈ ਨਹੀਂ, ਨਨ ਆਫ ਥੀਸ, ਇਨਮੇ ਸੇ ਕੋਈ ਨਹੀਂ। ਤਾਂ ਬੱਚੋ, ਸਾਡਾ ਸਹੀ ਉੱਤਰ ਹੈ ਖਾਡਰ। ਕੁਐਸਚਨ ਨੰਬਰ 5, ਜੇਕਰ ਪਾਇਲਟ ਜਹਾਜ਼ ਨੂੰ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਜਾਂ ਹੇਠਲੇ ਮੰਡਲ ਵਿੱਚ ਉਡਾ ਰਿਹਾ ਹੈ, ਤਾਂ ਦੱਸੋ ਜਹਾਜ਼ ਕਿਸ ਮੰਡਲ ਵਿੱਚ ਉੱਡ ਰਿਹਾ ਹੈ? ਆਪਸ਼ਨਸ ਹੈ ਅਸ਼ਾਂਤੀ ਮੰਡਲ, ਦੈਟ ਇਜ਼ ਟ੍ਰੋਪੋਸਫੀਅਰ ਜਾਂ ਅਸ਼ਾਂਤੀ ਮੰਡਲ। ਸਮਤਾਪ ਮੰਡਲ, ਸਟ੍ਰੈਟੋਸਫੀਅਰ, ਸਮਤਾਪ ਮੰਡਲ। ਮੱਧਵਰਤੀ ਮੰਡਲ, ਮੀਸੋਸਫੀਅਰ, ਮੱਧਿਆ ਮੰਡਲ। ਤਾਪ ਮੰਡਲ, ਥਰਮੋਸਫੀਅਰ, ਤਾਪ ਮੰਡਲ। ਤਾਂ ਪਿਆਰੇ ਬੱਚਿਓ, ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਅਸ਼ਾਂਤੀ ਮੰਡਲ, ਦੈਟ ਇਜ਼ ਟ੍ਰੋਪੋਸਫੀਅਰ ਔਰ ਅਸ਼ਾਂਤੀ ਮੰਡਲ। ਕੁਐਸਚਨ ਨੰਬਰ 6, ਪਿਆਰੇ ਬੱਚਿਓ, ਤੁਸੀਂ ਰੇਡੀਓ ਉੱਪਰ ਜੋ ਸਮਾਜਿਕ ਵਿਗਿਆਨ ਦਾ ਪ੍ਰੋਗਰਾਮ ਬੜੇ ਚਾਅ ਨਾਲ ਸੁਣਦੇ ਹੋ, ਇਸ ਦੇ ਪ੍ਰਸਾਰਣ ਲਈ ਵਾਯੂਮੰਡਲ ਦਾ ਕਿਹੜਾ ਮੰਡਲ ਤਕਨੀਕੀ ਰੂਪ ਵਿੱਚ ਸਹਾਇਕ ਸਿੱਧ ਹੁੰਦਾ ਹੈ? ਆਪਸ਼ਨਸ ਅਸ਼ਾਂਤੀ ਮੰਡਲ, ਟ੍ਰੋਪੋਸਫੀਅਰ ਔਰ ਅਸ਼ਾਂਤੀ ਮੰਡਲ। ਸਮਤਾਪ ਮੰਡਲ, ਸਟ੍ਰੈਟੋਸਫੀਅਰ ਔਰ ਸਮਤਾਪ ਮੰਡਲ। ਮੱਧਵਰਤੀ ਮੰਡਲ, ਮੀਸੋਸਫੀਅਰ, ਮੱਧਿਆ ਮੰਡਲ। ਤਾਪ ਮੰਡਲ, ਥਰਮੋਸਫੀਅਰ, ਤਾਪ ਮੰਡਲ। ਤਾਂ ਬੇਟੇ, ਸਾਡਾ ਸਹੀ ਆਨਸਰ ਹੈ ਤਾਪ ਮੰਡਲ, ਦੈਟ ਇਜ਼ ਥਰਮੋਸਫੀਅਰ। ਨੈਕਸਟ ਕੁਐਸਚਨ, ਦਿੱਲੀ ਸਲਤਨਤ ਕਾਲ ਦੌਰਾਨ ਇੱਕ ਮਹੱਤਵਪੂਰਨ ਤਬਦੀਲੀ ਆਈ। ਇਲਤਮਸ਼ ਦੀ ਮੌਤ ਤੋਂ ਬਾਅਦ ਉਸਦੀ ਪੁੱਤਰੀ ਸਿੰਘਾਸਨ 'ਤੇ ਬੈਠੀ। ਉਹ ਦਿੱਲੀ ਸਲਤਨਤ ਦੀ ਪਹਿਲੀ ਔਰਤ ਸ਼ਾਸਕ ਸੀ ਅਤੇ ਉਸਨੇ 1236 ਤੋਂ 1240 ਈਸਵੀ ਤੱਕ ਰਾਜ ਕੀਤਾ। ਉਸਦਾ ਨਾਮ ਦੱਸੋ। ਆਪਸ਼ਨਸ ਹੈ ਨੂਰ ਜਹਾਂ, ਸੁਲਤਾਨ ਬੇਗਮ, ਹਜ਼ਰਤ ਮਹਲ,
ਰਜ਼ੀਆ ਸੁਲਤਾਨ। ਤਾਂ ਡੀਅਰ ਸਟੂਡੈਂਟਸ, ਸਾਡਾ ਕਰੈਕਟ ਆਨਸਰ ਹੈ ਰਜ਼ੀਆ ਸੁਲਤਾਨ। ਇਲਤਮਸ਼ ਦੀ ਬੇਟੀ ਦਾ ਨਾਮ ਰਜ਼ੀਆ ਸੁਲਤਾਨ ਸੀ। ਨੈਕਸਟ ਕੁਐਸਚਨ, ਕੀ ਤੁਸੀਂ ਜਾਣਦੇ ਹੋ ਕਿ ਅਕਬਰ ਨੇ ਰਾਜਪੂਤ ਰਾਜਕੁਮਾਰੀਆਂ ਨਾਲ ਵਿਆਹ ਕਿਉਂ ਕਰਵਾਏ ਸਨ? ਆਪਸ਼ਨ, ਉਹ ਰਾਜਪੂਤਾਂ ਨਾਲ ਦੋਸਤਾਨਾ ਸੰਬੰਧ ਸਥਾਪਿਤ करना चाहता ਸੀ। ही wanted फ्रेंडली रिलेशंस विद राजपूत। वह राजपूतों के साथ मैत्रीपूर्ण संबंध स्थापित करना चाहता था। ਉਹ ਰਾਜਪੂਤਾਂ ਦੀ ਜਾਇਦਾਦ 'ਤੇ ਕਬਜ਼ਾ करना चाहता ਸੀ। ही wanted to capture the property of राजपूत्स। वह राजपूतों की संपत्ति को जब्त करना चाहता था। ਉਹ ਰਾਜਪੂਤਾਂ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਸੀ। ही wanted to annex their states under his rule। वह राजपूत प्रदेशों पर अधिकार करना चाहता था। इन्हां विचों कोई नहीं, none of these, इनमें से कोई नहीं। ਤਾਂ ਡੀਅਰ ਸਟੂਡੈਂਟ, ਸਾਡਾ ਸਹੀ ਉੱਤਰ ਹੈ ਆਪਸ਼ਨ ਏ। ਉਹ ਰਾਜਪੂਤਾਂ ਨਾਲ ਦੋਸਤਾਨਾ ਸੰਬੰਧ ਸਥਾपित करना चाहता ਸੀ। ही wanted friendly relations with राजपूत। वह राजपूतों के साथ मैत्रीपूर्ण संबंध स्थापित करना चाहता था। नेक्स्ट क्वेश्चन, ਨਿਮਰਤ ਪਾਣੀਪਤ ਦੀ ਪਹਿਲੀ ਲੜਾਈ ਦਾ ਅਧਿਐਨ ਕਰਨਾ ਚਾਹੁੰਦੀ ਹੈ। ਉਸਨੂੰ ਕਿਹੜੇ ਸ਼ਾਸਕਾਂ ਨਾਲ ਸੰਬੰਧਿਤ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ? ਆਪਸ਼ਨਸ, ਬਾਬਰ ਅਤੇ ਇਬਰਾਹਿਮ ਲੋਧੀ, ਬਾਬਰ ਐਂਡ ਇਬਰਾਹਿਮ ਲੋਧੀ, ਬਾਬਰ ਔਰ ਇਬਰਾਹਿਮ ਲੋਧੀ। ਸੈਕਿੰਡ ਆਪਸ਼ਨ, ਅਕਬਰ ਅਤੇ ਹੇਮੂ, ਅਕਬਰ ਐਂਡ ਹੇਮੂ, ਅਕਬਰ ਔਰ ਹੇਮੂ। ਥਰਡ ਆਪਸ਼ਨ, ਅਬਦਾਲੀ ਅਤੇ ਮਰਾਠੇ, ਅਬਦਾਲੀ ਐਂਡ ਮਰਾਠਾਸ, ਅਬਦਾਲੀ ਔਰ ਮਰਾਠੇ। फोर्थ ऑप्शन है शिवाजी ਅਤੇ लॉर्ड वेल्सली, शिवाजी एंड लॉर्ड वेल्सली, शिवाजी और लॉर्ड वेल्सली। ਤਾਂ ਡੀਅਰ ਸਟੂਡੈਂਟਸ, ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਏ, ਬਾਬਰ ਅਤੇ ਇਬਰਾਹਿਮ ਲੋਧੀ, ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀਪਤ ਦੀ ਪਹਿਲੀ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਵਿਚਕਾਰ ਹੋਈ ਸੀ। ਨੈਕਸਟ ਕੁਐਸਚਨ, ਸੁਖਮਨੀ ਦੀ ਉਮਰ 18 ਸਾਲ ਹੈ। ਉਸਨੇ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਵਿਧਾਨ ਸਭਾ ਮੈਂਬਰ ਦੀ ਚੋਣ ਲਈ ਵੋਟ ਦਿੱਤੀ। ਸੁਖਮਨੀ ਨੇ ਇਸ ਵੇਲੇ ਕਿਸ ਵਿਧੀ ਰਾਹੀਂ ਆਪਣੀ ਵੋਟ ਦੀ ਵਰਤੋਂ ਕੀਤੀ? ਆਪਸ਼ਨਸ, ਗੁਪਤ ਸਰਵੇਖਣ, ਕੌਨਫੀਡੈਂਸ਼ੀਅਲ ਸਰਵੇ, ਗੁਪਤ ਸਰਵੇਖਣ। ਸੈਕਿੰਡ ਆਪਸ਼ਨ, ਗੁਪਤ ਦਾਨ, ਸੀਕ੍ਰੇਟ ਡੋਨੇਸ਼ਨ, ਗੁਪਤ ਦਾਨ। ਥਰਡ ਹੈ ਗੁਪਤ ਮਤਦਾਨ, ਸੀਕ੍ਰੇਟ ਬੈਲਟ ਸਿਸਟਮ, ਗੁਪਤ मतदान। ਉਪਰੋਕਤ ਵਿੱਚੋਂ ਕੋਈ ਨਹੀਂ, ਨਨ ਆਫ ਦੀਜ਼, ਉਪਰੋਕਤ में से कोई नहीं। ਤਾਂ ਸਾਡਾ ਕਰੈਕਟ ਆਨਸਰ ਹੈ ਆਪਸ਼ਨ ਸੀ, ਗੁਪਤ ਮਤਦਾਨ, ਸੀਕ੍ਰੇਟ ਬੈਲਟ ਸਿਸਟਮ। ਨੈਕਸਟ, ਜਿਉਂ-ਜਿਉਂ ਪਹਾੜਾਂ ਦੇ ਉੱਪਰ ਚੜ੍ਹਦੇ ਹਾਂ ਤਾਪਮਾਨ ਡੈਸ਼ ਜਾਂਦਾ ਹੈ। ਵੱਧਦਾ, ਇਨਕਰੀਜ਼ਿਸ, बढ़ता। ਸੈਕਿੰਡ ਆਪਸ਼ਨ, ਘਟਦਾ, ਡਿਕਰੀਜ਼ਿਸ, घटता। थर्ड इज़ इक्को जिहा, रिमेन्स द सेम, स्थिर रहता है। फोर्थ इज़ उपरोक्त जो कोई नहीं, नन ऑफ द अबव, उपरोक्त में से कोई नहीं। तो डियर स्टूडेंट, साडा सही उत्तर है घटदा, डिक्रीजिज, दैट इज़ घटता। नैक्सट क्वेश्चन, ਨਾਈਫ ਪਰਤ ਵਿੱਚ ਕਿਹੜੇ ਤੱਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ? ਐਲੂਮੀਨੀਅਮ ਅਤੇ ਸਿਲੀਕੌਨ, ਸਿਲੀਕੌਨ ਅਤੇ ਮੈਗਨੀਸ਼ੀਅਮ, ਨਿੱਕਲ ਅਤੇ ਲੋਹਾ, ਨਿੱਕਲ ਐਂਡ ਆਇਰਨ, ਐਲੂਮੀਨੀਅਮ ਅਤੇ ਮੈਗਨੀਸ਼ੀਅਮ, ਐਲੂਮੀਨੀਅਮ ਐਂਡ ਮੈਗਨੀਸ਼ੀਅਮ। ਡੀਅਰ ਸਟੂਡੈਂਟ, ਸਾਡਾ ਕਰੈਕਟ ਆਨਸਰ ਹੈ ਨਿੱਕਲ ਅਤੇ ਲੋਹਾ, ਨਿੱਕਲ ਐਂਡ ਆਇਰਨ, ਬਿਕਾਜ਼ ਨਿੱਕਲ ਤੋਂ Ni ਅਤੇ ਆਇਰਨ ਦਾ ਰਸਾਇਣਿਕ ਸੂਤਰ Fe ਲੈ ਕੇ ਹੀ ਨਾਈਫ ਬਣਿਆ ਹੈ। ਨੈਕਸਟ ਕੁਐਸਚਨ, ਉਹ ਕਿਹੜੀ ਚਟਾਨ ਹੈ ਜੋ ਅਪਰਦਨ ਦੇ ਕਾਰਕਾਂ ਹਵਾ, ਪਾਣੀ, ਗਲੇਸ਼ੀਅਰ ਆਦਿ ਦੁਆਰਾ ਲਿਆਂਦੀ ਸਮੱਗਰੀ ਦੇ ਨੀਵੀਆਂ ਥਾਵਾਂ ਉੱਪਰ ਪਰਤਾਂ ਦੇ ਰੂਪ ਵਿੱਚ ਜਮ੍ਹਾਂ ਹੋਣ ਨਾਲ ਬਣਦੀ ਹੈ? ਆਪਸ਼ਨਸ ਹੈ ਅਗਨੀ ਚਟਾਨਾਂ, ਇਗਨੀਅਸ ਰੌਕਸ, ਅਗਨੀ ਚਟਾਨ, ਤੈਅਦਾਰ ਚਟਾਨਾਂ, ਸੈਡੀਮੈਂਟਰੀ ਰੌਕਸ, ਅਵਸਾਦੀ ਚਟਾਨ, ਰੂਪਾਂਤਰਿਤ ਚਟਾਨਾਂ, ਮੈਟਾਮੋਰਫਿਕ ਰੌਕਸ, ਰੂਪਾਂਤਰਿਤ ਚਟਾਨ। ਇਹਨਾਂ ਵਿੱਚੋਂ ਕੋਈ ਨਹੀਂ, ਨਨ ਆਫ ਦ ਅਬਵ, ਇਨਮੇ ਸੇ ਕੋਈ ਨਹੀਂ। ਤਾਂ ਸਾਡਾ ਸਹੀ ਉੱਤਰ ਹੈ ਤੈਅਦਾਰ ਚਟਾਨ, ਸੈਡੀਮੈਂਟਰੀ ਰੌਕਸ, ਅਵਸਾਦੀ ਚਟਾਨ। ਨੈਕਸਟ ਕੁਐਸਚਨ, ਧੂਏ ਅਤੇ ਧੁੰਦ ਦੇ ਮੇਲ ਨੂੰ ਕੀ ਆਖਦੇ ਹਨ? ਸਥੂਲ, ਸੋਲਿਡ ਜਾਂ ਸਥੂਲ, ਪ੍ਰਾਗ, ਹੇ, ਸਮੋਗ ਜਾਂ ਸਮੋਕ, ਧੂਆਂ। ਡੀਅਰ ਸਟੂਡੈਂਟਸ, ਸਾਡਾ ਸਹੀ ਉੱਤਰ ਹੈ ਸਮੋਗ। ਨੈਕਸਟ ਕੁਐਸਚਨ, ਪਾਂਡਿਆ ਰਾਜ ਦੀ ਰਾਜਧਾਨੀ ਕਿੱਥੇ ਸੀ?
Options: Tanjore, Kanchi, Madurai, Konark. And our correct answer is Madurai. Next question. ਮਲਿਕ ਕਫੂਰ ਡੈਸ਼ ਦਾ ਸੈਨਾਪਤੀ ਸੀ? ਫਿਰੋਜ਼ ਤੁਗਲਕ, ਮੁਹੰਮਦ ਬਿਨ ਤੁਗਲਕ, ਇਲਤਮਸ਼, ਅਲਾਉਦੀਨ ਖਿਲਜੀ. And our correct answer is Alauddin Khilji. Next is ਅਬੁਲ ਫਜ਼ਲ ਨੇ ਡੈਸ਼ ਦੀ ਰਚਨਾ ਕੀਤੀ? ਅਕਬਰਨਾਮਾ, ਬਾਬਰਨਾਮਾ, ਤੁਗਲਕਨਾਮਾ, ਸਿੰਧਨਾਮਾ. ਤੇ ਸਾਡਾ ਸਹੀ ਉੱਤਰ ਹੈ ਅਕਬਰਨਾਮਾ. ਨੈਕਸਟ ਕੁਐਸਚਨ. ਮੁਗਲ ਕਾਲ ਤੋਂ ਉਪਜਾਊ ਭੂਮੀ ਨੂੰ ਕੀ ਕਿਹਾ ਜਾਂਦਾ ਸੀ? ਛੱਛਰ ਭੂਮੀ ਔਰ ਛੱਛਰ ਲੈਂਡ, ਛੱਛਰ ਜ਼ਮੀਨ, ਪ੍ਰੋਤੀ ਭੂਮੀ, ਪ੍ਰੋਤੀ ਲੈਂਡ ਜਾਂ ਪ੍ਰੋਤੀ ਭੂਮੀ, ਬੰਜਰ ਭੂਮੀ, ਬੈਰਨ ਲੈਂਡ ਔਰ ਬੰਜਰ ਭੂਮੀ, ਪੋਲਾਜ਼ ਭੂਮੀ, ਪੋਲਾਜ਼ ਲੈਂਡ ਔਰ ਪੋਲਾਜ਼ ਭੂਮੀ. ਤਾਂ ਬੱਚਿਓ ਸਾਡਾ ਸਹੀ ਉੱਤਰ ਹੈ ਪੋਲਾਜ਼ ਭੂਮੀ. ਨੈਕਸਟ ਇਜ਼ ਉਹ ਸਰਕਾਰ ਜਿਸ ਵਿੱਚ ਇੱਕ ਹੀ ਵਿਅਕਤੀ ਦੁਆਰਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈ ਅਤੇ ਸ਼ਾਸਕ ਜਨਤਾ ਦੇ ਅੱਗੇ ਉੱਤਰਦਾਈ ਨਹੀਂ ਹੁੰਦਾ. ਆਪਸ਼ਨਸ ਹੈ ਲੋਕਤੰਤਰੀ ਸਰਕਾਰ, ਡੈਮੋਕ੍ਰੇਟਿਕ ਗਵਰਨਮੈਂਟ, ਲੋਕਤਾਂਤਰਿਕ ਸਰਕਾਰ, ਤਾਨਾਸ਼ਾਹੀ ਸਰਕਾਰ, ਡਿਕਟੇਟਰੀਅਲ ਗਵਰਨਮੈਂਟ, ਤਾਨਾਸ਼ਾਹੀ ਸਰਕਾਰ, ਸੰਸਦੀ ਸਰਕਾਰ, ਪਾਰਲੀਮੈਂਟਰੀ ਗਵਰਨਮੈਂਟ और संसदीय सरकार, संघात्मक सरकार और फेडरल गवर्नमेंट या संघीय सरकार. ਤਾਂ ਬੱਚਿਓ ਇਸ ਕੁਐਸਚਨ ਦਾ ਸਹੀ ਉੱਤਰ ਹੈ ਤਾਨਾਸ਼ਾਹੀ ਸਰਕਾਰ. ਨੈਕਸਟ ਇਜ਼ ਹੇਠ ਲਿਖਿਆਂ ਵਿੱਚੋਂ ਭਾਰਤ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਸਥਾਪਿਤ ਹੈ? ਆਪਸ਼ਨਸ ਦੋ ਦਲੀ ਪ੍ਰਣਾਲੀ, ਟੂ ਪਾਰਟੀ ਸਿਸਟਮ, ਦੋ ਦਲੀय ਸਿਸਟਮ. सेकेंड ऑप्शन एक दल प्रणाली, वन पार्टी सिस्टम, एक दलीय सिस्टम. तीन दल प्रणाली, थ्री पार्टी सिस्टम, तीन दलीय सिस्टम. और बहुदल प्रणाली, मल्टी पार्टी सिस्टम, बहुदलीय सिस्टम. ਤਾਂ ਸਾਡਾ ਸਹੀ ਉੱਤਰ ਹੈ ਬਹੁਦਲ ਪ੍ਰਣਾਲੀ ਜਾਂ ਮਲਟੀ ਪਾਰਟੀ ਸਿਸਟਮ, ਬਹੁਦਲੀय ਸਿਸਟਮ. ਤਾਂ ਪਿਆਰੇ ਬੱਚਿਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਪ੍ਰਸ਼ਨ ਸਮਝ ਆ ਗਏ ਹੋਣਗੇ. ਧੰਨਵਾਦ.